परम सत्कारयोग गुरु रूप गुरु खालसा ਅਤੇ ਸਰਬੱਤ ਸੰਗਤ ਸਾਹਿਬ, ਆਓ ਆਪਾਂ ਸਾਰੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ ਬੈਠ ਕੇ ਨਿੱਘ ਮਾਣ ਰਹੇ ਹਾਂ। ਸਾਰੇ ਹੀ ਰਚਨਾ ਕਰੀਏ ਪਵਿੱਤਰ ਤੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਤੋਂ ਉਪਰੰਤ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪਾਏ ਹੋਏ ਪੂਰਨਿਆਂ ਤੇ ਚੱਲਦੇ ਹੋਏ, ਉਹਨਾਂ ਦੀ ਰਹਿਤ ਮਰਜ਼ਾਦਾ ਵਿੱਚ ਰਹਿੰਦੇ ਹੋਏ, ਉਹਨਾਂ ਦੇ ਸਿੱਖ ਮਿਸ਼ਨ ਨੂੰ ਕਾਇਮ ਰੱਖਦੇ ਹੋਏ, ਉਸ ਮਰਦ ਅਗੰਬੜੇ ਵਰਿਆਮ ਅਕੇਲਾ ਮਹਾਨ ਆਤਮਾ ਸੰਤ ਸਿਪਾਹੀ ਹਰਦੋ ਆਲਮ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਮੁਖਾਰਬਿੰਦ ਵਿੱਚੋਂ ਉਚਾਰੀ ਹੋਈ ਫਤਿਹ ਆਓ ਆਪਾਂ ਸਾਰੇ ਰਲ ਕੇ ਉੱਚੀ ਆਵਾਜ਼ ਵਿੱਚ ਬੁਲੰਦ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਰਜ਼ ਕੀਤਾ ਹੈ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਨੰਦਪੁਰ ਦੇ ਕਿਲੇ ਤੋਂ ਲੈ ਕੇ ਖੁਦਰਾਣੇ ਦੀ ਢਾਬ ਤੱਕ ਆਪਣੇ ਸਾਹਿਬਜ਼ਾਦਿਆਂ ਦੇ ਖੂਨ ਦਾ ਤਰੌਂਕਾ ਦਿੱਤਾ। ਇੰਨੇ ਸਫ਼ਰ ਵਿੱਚ ਕਦਮ ਕਦਮ ਤੇ ਸ਼ਹੀਦੀਆਂ ਦੇ ਚਿਰਾਗ ਜਗਾ ਕੇ ਇਸ ਵਿਸ਼ਾਲ ਧਰਤੀ ਦੀ ਹਿੱਕ ਤੇ ਬੈਠ ਕੇ ਤੇ ਬੜੇ ਪਿਆਰ ਤੇ ਸ਼ਰਧਾ ਦੇ ਨਾਲ ਗਾਵਿਆ ਜਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦੇ ਰਹਿਣਾ। ਸਾਧ ਸੰਗਤ, ਇਹ ਉਸ ਮਹਾਨ ਆਤਮਾ ਮਹਾਬਲੀ ਯੋਧੇ ਦੀ ਦੇਣ ਹੈ ਕਿ ਅੱਜ ਅਸੀਂ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ ਬੈਠ ਕੇ ਨਿੱਘ ਮਾਣ ਰਹੇ ਹਾਂ। ਨਹੀਂ ਤਾਂ ਹਿੰਦੁਸਤਾਨ ਦਾ ਇਤਿਹਾਸ ਕੁਝ ਹੋਰ ਹੁੰਦਾ। ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੀਆਂ ਦਿੱਤੀਆਂ ਹੋਈਆਂ ਮਿਹਰਬਾਨੀਆਂ, ਕੀਤੀਆਂ ਹੋਈਆਂ ਕੁਰਬਾਨੀਆਂ, ਉਹਨਾਂ ਦੇ ਕੀਤੇ ਹੋਏ ਸਾਡੇ ਤੇ ਅਹਿਸਾਨ ਅਸੀਂ ਪਰੋਖੇ ਅੱਖਾਂ ਤੋਂ ਕਰੀ ਜਾ ਰਹੇ ਹਾਂ। ਕਾਸ਼ ਜੇ ਉਹਨਾਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ, ਉਹਨਾਂ ਦੇ ਕੀਤੇ ਹੋਏ ਸਾਡੇ ਤੇ ਅਹਿਸਾਨ, ਉਹਨਾਂ ਦੀਆਂ ਕੀਤੀਆਂ ਹੋਈਆਂ ਸਾਡੇ ਤੇ ਮਿਹਰਬਾਨੀਆਂ ਅਸੀਂ ਆਪਣੇ ਹਿਰਦੇ ਵਿੱਚ ਵਸਾਈਏ ਤਾਂ ਸਾਨੂੰ ਪਤਾ ਚੱਲੇਗਾ ਕਿ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਿੱਖ ਕੌਮ ਦੇ ਲਈ, ਸਿੱਖ ਪੰਥ ਦੇ ਲਈ ਕੀ ਕੁਝ ਕੀਤਾ। ਅਸੀਂ ਉਹਨਾਂ ਦੀਆਂ ਦਿੱਤੀਆਂ ਹੋਈਆਂ ਕੁਰਬਾਨੀਆਂ, ਕੀਤੇ ਹੋਏ ਅਹਿਸਾਨ ਅੱਖਾਂ ਤੋਂ ਪਰੋਖੇ ਕਰੀ ਜਾ ਰਹੇ ਹਾਂ। ਕਿਸੇ ਕਵੀ ਨੇ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪਰਥਾਏ 4 ਲਾਈਨਾਂ ਲਿਖੀਆਂ ਨੇ। ਬਾਂਹ ਫੜ ਕੇ ਦੁਖੀ ਬ੍ਰਾਹਮਣਾਂ ਦੀ ਪਿਤਾ ਚਾਨਣੀ ਚੌਂਕ ਵਿੱਚ ਲਾ ਦਿੱਤਾ। ਬਾਬਰ ਰਾਜ ਦੇ ਬੁਰਜ ਨੂੰ ਢਾਹ ਕੇ ਤੇ ਆਪਣੇ ਬੱਚਿਆਂ ਦੇ ਬੁਰਜ ਨੂੰ ਲਾ ਦਿੱਤਾ। ਦੀਵਾ ਬੁਝਦਾ ਸੀ ਭਾਰਤ ਵਾਸੀਆਂ ਦਾ, ਥਾਂ ਤੇਲ ਤੇ ਲਹੂ ਪਾ ਦਿੱਤਾ। ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜਿਹਦੇ ਪਰਥਾਏ ਇਹ ਢਾਡੀ ਪਾਲ ਸਿੰਘ ਜੀ ਪਾਲ ਉਹਨਾਂ ਦਾ ਲਿਖਿਆ ਹੋਇਆ ਦੋਹਰਾ ਹੈ। ਸੋ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਾਂਹ ਫੜ ਕੇ ਦੁਖੀ ਬ੍ਰਾਹਮਣਾਂ ਦੀ ਪਿਤਾ ਚਾਨਣੀ ਚੌਂਕ ਵਿੱਚ ਲਾ ਦਿੱਤਾ। ਬਾਬਰ ਰਾਜ ਦੇ ਬੁਰਜ ਨੂੰ ਢਾਹ ਕੇ ਤੇ ਆਪਣੇ ਬੱਚਿਆਂ ਦੇ ਬੁਰਜ ਨੂੰ ਲਾ ਦਿੱਤਾ।
ਦੀਵਾ ਬੁਝਦਾ ਸੀ ਭਾਰਤ ਵਾਸੀਆਂ ਦਾ, ਥਾਂ ਤੇਲ ਦੀ ਤੇ ਲਹੂ ਪਾ ਦਿੱਤਾ। ਬਾਜਾਂ ਵਾਲੇ ਨੇ ਪੰਛੀਆ ਮੁਖ ਵਿੱਚੋਂ ਜੋ ਕੁਝ ਕਿਹਾ ਕਰਕੇ ਵਿਖਾ ਦਿੱਤਾ। ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜੋ ਕੁਝ ਕਿਹਾ ਉਹਦਾ ਪ੍ਰੈਕਟੀਕਲ ਕਰਕੇ ਤੇ ਸੰਗਤਾਂ ਨੂੰ ਦਿਖਾ ਦਿੱਤਾ ਕਿ ਜੋ ਕੁਝ ਕਹਿੰਦੇ ਹਾਂ ਉਹ ਕਰਦੇ ਹਾਂ। ਯਾਦ ਰੱਖਣਾ, ਦਰਖਤ ਤਿੰਨ ਕਿਸਮ ਦੇ ਹੋਇਆ ਕਰਦੇ ਨੇ। ਇੱਕ ਦਰਖਤ ਉਹ ਹੁੰਦਾ ਹੈ, ਨਾ ਉਹ ਫੁੱਲ ਦਿੰਦਾ ਤੇ ਨਾ ਉਹ ਫਲ ਦਿੰਦਾ। ਇੱਕ ਦਰਖਤ ਉਹ ਹੁੰਦਾ ਹੈ, ਫੁੱਲ ਦਿੰਦਾ ਪਰ ਫਲ ਨਹੀਂ ਦਿੰਦਾ। ਇੱਕ ਦਰਖਤ ਉਹ ਹੁੰਦਾ ਹੈ, ਫੁੱਲ ਵੀ ਦਿੰਦਾ ਤੇ ਫਲ ਵੀ ਦਿੰਦਾ। ਇਹ ਗੱਲ ਬਿਲਕੁਲ ਇਨਸਾਨ ਤੇ ਢੁੱਕਦੀ ਆ। ਇੱਕ ਇਨਸਾਨ ਉਹ ਹੁੰਦਾ ਹੈ ਕਿ ਨਾ ਕੁਝ ਕਹਿੰਦਾ ਹੀ ਹੈ ਆਪਣੀ ਰਸਨਾ ਤੋਂ, ਜ਼ਬਾਨ ਤੋਂ, ਤੇ ਨਾ ਕੁਝ ਉਹ ਕਰਦਾ ਹੈ। ਕਹਿਣ ਤੋਂ ਮੁਰਾਦ ਕਿ ਜਿਹੋ ਜਿਹਾ ਸੰਸਾਰ ਤੇ ਆਇਆ ਉਹ ਭਲਾ ਪੁਰਸ਼ ਉਹੋ ਜਿਹਾ ਹੀ ਤੁਰ ਗਿਆ। ਨਾ ਕੋਈ ਚੰਗਾ ਕਰਮ ਕੀਤਾ ਹੈ, ਨਾ ਕੋਈ ਜਾਪ, ਨਾ ਸਿਮਰਨ, ਨਾ ਦਇਆ, ਨਾ ਦਾਨ, ਨਾ ਕੋਈ ਪੁੰਨ। ਜਿਹੋ ਜਿਹਾ ਸੰਸਾਰ ਤੇ ਆਇਆ ਉਹੋ ਜਿਹਾ ਤੁਰ ਗਿਆ। ਇੱਕ ਇਨਸਾਨ ਉਹ ਹੁੰਦੇ ਨੇ ਕਿ ਜਿਹੜੇ ਕਹਿ ਕੇ ਤੇ ਉਸ ਕੰਮ ਨੂੰ ਕਰਦੇ ਨਹੀਂ, ਤੇ ਜਿਹੜਾ ਕਹਿ ਕੇ ਉਸ ਕੰਮ ਨੂੰ ਨਾ ਕਰੇ ਉਸ ਇਨਸਾਨ ਨੂੰ ਲੋਕ ਗੱਪੀ ਕਹਿ ਦਿੰਦੇ ਨੇ। ਇਹ ਪੰਜਾਬੀ ਦਾ ਲਫ਼ਜ਼ ਹੈ ਗੱਪੀ, ਵੀ ਗੱਪਾਂ ਮਾਰਦਾ ਹੈ। ਜੋ ਕਹਿ ਕੇ ਕੋਈ ਕੰਮ ਨਾ ਕਰੇ ਉਸ ਇਨਸਾਨ ਨੂੰ ਲੋਕ ਗੱਪੀ ਕਹਿੰਦੇ ਨੇ। ਇੱਕ ਇਨਸਾਨ ਉਹ ਹੁੰਦਾ ਹੈ ਕਿ ਜਿਹੜਾ ਕਹਿੰਦਾ ਕਿ ਆਹ ਕੰਮ ਕਰਨਾ ਹੈ ਤੇ ਉਹ ਕਹਿ ਕੇ ਕੰਮ ਨੂੰ ਕਰ ਦੇਵੇ, ਤੇ ਉਸ ਇਨਸਾਨ ਨੂੰ ਲੋਕ ਮਰਦ ਕਹਿੰਦੇ ਨੇ। ਤੇ ਮਰਦ ਸ਼ਬਦ ਦੀ ਪ੍ਰੋੜਤਾ ਜਿਹੜੀ ਹੈ ਉਹ ਪੰਥ ਦੇ ਮਹਾਨ ਵਿਦਵਾਨ ਬਿਆਸ ਭਾਈ ਸਾਹਿਬ ਭਾਈ ਨੇ ਲਿਖਿਆ ਹੈ। ਭਾਈ ਗੁਰਦਾਸ ਜੀ ਨੇ, ਵਹ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਵਹ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜੋ ਕੁਝ ਕਿਹਾ ਉਹਨਾਂ ਨੇ ਕਰ ਵਿਖਾਇਆ। ਹੁਣ ਆਪਾਂ ਜੇ ਇਤਿਹਾਸ ਵੇਖੀਏ, ਉਹਨਾਂ ਨੇ ਕਿਹਾ ਕੀ? ਉਹਨਾਂ ਨੇ ਕਿਹਾ ਸੀ ਕਿ ਚਿੜੀਓਂ ਸੇ ਬਾਜ ਤੜਾऊं तवे गोबिंद सिंह नाम कहाऊं, 1.25 लाख से एक लड़ाऊं तबे गोबिंद सिंह नाम कहाऊं। साहिब गुरु कलगीधर पातशाह जी ने 1699 की विसाखी का दिन चुनिया। उस दिन खंडे की धार विचों ਇਹ ਸਿੱਖ ਪੰਥ ਦਾ जन्म होया। सिख पंथ नूं उन्होंने प्रगट किया। यह कुछ साहिब गुरु कलगीधर पातशाह नूं क्यों करन दी लोड़ पई? जदों राजे न्याय करन वाले बयान बेन्यायी हो जान, अत्याचार हो जावे, गौ गरीब की रक्षा करने वाला कोई ना होवे, गरीब जनता नूं लताड़ी जावे बादशाह, तां उस वेले कोई ना कोई योधा, कोई ना कोई रेबर पैदा होया करदा है। जिवें कि साहिब गुरु कलगीधर पातशाह जी नूं अवतार धारना पिया। आनंदपुर दे किले विच जदों औरंगजेब दे दुखाए हुए सताए हुए वो दुखियारे ब्राह्मण कश्मीर दे साहिब गुरु तेग बहादुर जी दे पवित्र चरणों में पहुंचे। दास बहुती बरीकी विच नहीं जाएगा क्यों टाइम थोड़ा है, इस करके मोटा मोटा संकेप नाल दास ये सेवा निभावेगा कि साहिब गुरु कलगीधर पातशाह जी उदों
9 ਸਾਲ ਦੀ ਉਮਰ ਵਿੱਚ ਸਨ ਜਿਸ ਵੇਲੇ ਦਰਬਾਰ ਸਜਿਆ ਹੋਇਆ ਸਾਹਿਬ ਗੁਰੂ ਤੇਗ ਬਹਾਦਰ ਜੀ ਤਖਤ ਤੇ ਸੁਭਾਇਮਾਨ ਹਨ ਤੇ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਉਧਰੋਂ ਦਰਬਾਰ ਚ ਆਏ ਤੇ ਦੁਖੀ ਬ੍ਰਾਹਮਣਾਂ ਨੂੰ ਦੇਖਿਆ, ਗਲ ਚ ਪਰਨੇ ਪਾਏ ਹੋਏ ਨੇ, ਸਿਰ ਨੀਵੇਂ ਨੇ, ਅੱਖਾਂ ਵਿੱਚ ਹੰਝੂ ਨੇ, ਚਿਹਰੇ ਤੇ ਉਦਾਸੀ ਹੈ ਤੇ ਉਹ ਗੁਰੂ ਚਰਨਾਂ 'ਚ ਬੇਨਤੀਆਂ ਕਰ ਰਹੇ ਨੇ। ਤੇ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪਿਤਾ ਜੀ ਨੂੰ ਗੁਰੂ ਨਾਨਕ ਦਾ ਨਵਾਂ ਰੂਪ ਗੁਰੂ ਤੇਗ ਬਹਾਦਰ ਜੀ ਅੱਗੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਕੀ ਚਾਹੁੰਦੇ ਨੇ ਬ੍ਰਾਹਮਣ, ਇਹ ਕੀ ਕਹਿ ਰਹੇ, ਕੀ ਬੇਨਤੀਆਂ ਕਰ ਰਹੇ ਨੇ ਤੁਹਾਡੇ ਆਪ ਜੀ ਅੱਗੇ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਗੋਬਿੰਦ ਰਾਏ, ਇਹ ਔਰੰਗਜ਼ੇਬ ਦੇ ਦਿਖਾਏ ਹੋਏ ਲੋਕ ਨੇ, ਔਰੰਗਜ਼ੇਬ ਇਹਨਾਂ ਨੂੰ ਦੁਖੀ ਕਰ ਰਿਹਾ, ਤੰਗ ਕਰ ਰਿਹਾ, ਇਹਨਾਂ ਦੀਆਂ ਬਹੁ ਬੇਟੀਆਂ ਨੂੰ ਚੁੱਕ ਚੁੱਕ ਕੇ ਲਿਜਾ ਰਿਹਾ, ਉਹਨਾਂ ਦੇ ਯੋਧੇ, ਉਹਦੇ ਸਿਪਾਹੀ ਸਲਾਰ ਜਿਹੜੇ ਨੇ ਉਹ ਇਹਨਾਂ ਦੀਆਂ ਦੁਕਾਨਾਂ, ਇਹਨਾਂ ਦੇ ਵਪਾਰਕ ਲੁੱਟ ਲੁੱਟ ਕੇ ਲਿਜਾ ਰਹੇ ਨੇ। ਇਸ ਕਰਕੇ ਇਹ ਦੁਖੀ ਫਰਿਆਦ ਲੈ ਕੇ ਗੁਰੂ ਨਾਨਕ ਦੇ ਦਰ ਤੇ ਆਏ ਹੋਏ ਨੇ। ਤੇ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜੀ ਗੋਬਿੰਦ ਰਾਏ, ਉਦੋਂ ਉਹਨਾਂ ਦਾ ਛੋਟੀ ਅਵਸਥਾ ਵਿੱਚ ਨਾਮ ਗੋਬਿੰਦ ਰਾਏ ਸੀ। ਜਦੋਂ ਗੋਬਿੰਦ ਰਾਏ ਜੀ ਨੇ ਇਹ ਸਤਿਗੁਰੂ ਜੀ ਦੇ ਮੁਖਾਰਬਿੰਦ ਤੋਂ ਬਚਨ ਸੁਣੇ ਤੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹਦਾ ਉਪਾਅ ਵੀ ਤੇ ਹੋਵੇਗਾ ਕੋਈ, ਇਹਦਾ ਕੀ ਉਪਾਅ ਹੋ ਸਕਦਾ ਹੈ। ਤੇ ਸਾਹਿਬ ਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤਾ ਕਿ ਗੋਬਿੰਦ ਰਾਏ, ਇਹਨਾਂ ਦੀ ਜਗ੍ਹਾ ਤੇ ਕੋਈ ਇਹੋ ਜਿਹਾ ਰਹਿਬਰ ਹੋਵੇ ਕਿ ਜਿਹੜਾ ਇਹਨਾਂ ਦੀ ਜਗ੍ਹਾ ਛਾਤੀ ਤਾਣ ਕੇ, ਹਿੱਕ ਤਾਣ ਕੇ ਤੇ ਧੜ ਨਾਲੋਂ ਸੀਸ ਅਲੱਗ ਸਮਝਿਆ ਵੇਖ ਕੇ, ਤਲੀ ਤੇ ਸੀਸ ਰੱਖ ਕੇ ਤਾਂ ਇਹਨਾਂ ਦੇ ਮੂਹਰੇ ਹੋ ਕੇ ਖੜਾ ਹੋਵੇ, ਤਾਂ ਕਰਕੇ ਇਹਨਾਂ ਦਾ ਉਪਾਅ ਹੋ ਸਕਦਾ ਹੈ। ਕਹਿਣ ਲੱਗੇ ਸੱਚੇ ਪਾਤਸ਼ਾਹ, ਆਪ ਜੀ ਤੋਂ ਵੱਡਾ ਦਾਨੀ, ਆਪ ਜੀ ਤੋਂ ਵੱਡਾ ਯੋਧਾ ਤੇ ਆਪ ਜੀ ਤੋਂ ਵੱਡਾ ਪਰਉਪਕਾਰੀ ਇਸ ਸੰਸਾਰ ਤੇ ਹੋਰ ਕੌਣ ਹੋ ਸਕਦਾ ਹੈ। ਜੇ ਇਹ ਕਿਰਪਾ ਤੁਸੀਂ ਕਰੋ ਤੇ ਇਹਨਾਂ ਦਾ ਦੁੱਖ ਨਿਵਰਤ ਹੋ ਸਕਦਾ ਹੈ। ਇਹ ਦੁਖੀ ਖੁਸ਼ੀ ਖੁਸ਼ੀ ਗੁਰੂ ਨਾਨਕ ਦੇ ਦਰ ਤੋਂ ਜਾ ਸਕਦੇ ਨੇ। ਕਿਉਂ ਕਿ ਗੁਰੂ ਨਾਨਕ ਦੇ ਦਰ ਤੇ ਜੇ ਕੋ ਰੋਂਦਾ ਆਇਆ ਹੈ ਉਹ ਹੱਸਦਾ ਗਿਆ, ਖਾਲੀ ਝੋਲੀ ਆਇਆ ਭਰੀ ਝੋਲੀ ਗਿਆ। ਜੇ ਨਿਮਾਣਾ ਹੋ ਕੇ ਗਿਆ ਗੁਰੂ ਨਾਨਕ ਦੇ ਦਰ ਤੋਂ ਉਹਨੂੰ ਮਾਣ ਬਖਸ਼ਿਸ਼ ਹੋਇਆ, ਨਤਾਣਾ ਹੋ ਕੇ ਆਇਆ ਤੇ ਉਹਨੂੰ ਤਾਣ ਪ੍ਰਾਪਤ ਕੀਤਾ ਹੈ ਗੁਰੂ ਨਾਨਕ ਦੇ ਦਰ ਤੋਂ। ਇਸ ਕਰਕੇ ਤੁਸੀਂ ਕਿਰਪਾ ਕਰੋ, ਆਪ ਇਹਨਾਂ ਦੀ ਦੁੱਖ ਦੀ ਨਿਵਰਤੀ ਕਰੋ। ਸਾਹਿਬ ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ, ਗੋਬਿੰਦ ਰਾਏ, ਇਹ ਮਹਾਨ ਜੋ ਕਾਰਜ ਹੈ ਇਹ ਕੁਰਬਾਨੀ ਤੋਂ ਬਿਨਾਂ ਨਹੀਂ ਹੋ ਸਕਦਾ, ਸੋ ਕੁਰਬਾਨੀ ਦੇਣੀ ਪਵੇਗੀ। ਤੇ ਕਹਿੰਦੇ ਸੱਚੇ ਪਾਤਸ਼ਾਹ, ਜੇ ਕੁਰਬਾਨੀ ਦੇਣੀ ਪਵੇਗੀ ਤੇ ਤੂੰ ਹੀ ਕੁਰਬਾਨ, ਇਹਨਾਂ ਬ੍ਰਾਹਮਣਾਂ ਤੋਂ, ਇਸ ਕੌਮ ਤੋਂ, ਇਸ ਦੇਸ਼ ਤੋਂ ਕੁਰਬਾਨੀ ਦੇ ਦਿਓ ਤੇ ਕੁਰਬਾਨ ਹੋ ਜਾਓ। ਤੇ ਇਸ ਤੋਂ ਵੱਡੀ ਹੋਰ ਕਿਹੜੀ ਗੱਲ ਹੋਵੇਗੀ, ਇਹਨਾਂ ਦੁਖੀਆਂ ਦਾ ਦੁੱਖ ਨਿਵਰਤ ਹੋ ਜਾਵੇਗਾ। ਜੋ ਔਰੰਗਜ਼ੇਬ ਇਹ ਕਹਿ ਰਿਹਾ ਕਿ ਤੁਸੀਂ ਸਾਰੇ ਮੁਸਲਮਾਨ ਬਣ ਜਾਓ ਤੇ ਇਹ ਵਿਚਾਰਿਆਂ ਦੇ ਮੰਦਰ ਢਾ ਰਿਹਾ, ਜੋਤਾਂ ਬੁਝਾ ਰਿਹਾ, ਟੱਲੀਆਂ ਖੜਕਾਉਣੋਂ ਇਹਨਾਂ ਨੂੰ ਬੰਦ ਕਰ ਰਿਹਾ ਵੀ ਟੱਲੀਆਂ ਨਹੀਂ ਖੜਕਾ ਸਕਦੇ, ਸ਼ੰਖ ਨਹੀਂ ਵਜਾ ਸਕਦੇ, ਮੰਦਰ 'ਚ ਜੋਤਾਂ ਨਹੀਂ ਜਗਾ ਸਕਦੇ, ਮੰਦਰ 'ਚ ਤੁਸੀਂ ਭਜਨ ਕੀਰਤਨ ਨਹੀਂ ਕਰ ਸਕਦੇ, ਤਾਂ ਇਹਨਾਂ ਦਾ ਇਹ ਸਾਰਾ ਦੁੱਖ ਜਿਹੜਾ ਨਿਵਰਤ ਹੋ ਸਕਦਾ। ਸਾਹਿਬ ਗੁਰੂ ਤੇਗ ਬਹਾਦਰ ਜੀ ਜਿਸ ਵੇਲੇ ਗੋਬਿੰਦ ਰਾਏ ਜੀ ਦੇ ਬਚਨ ਸੁਣੇ, ਮੈਂ ਆਪ ਜੀ ਨੂੰ ਪਹਿਲੇ ਬੇਨਤੀ ਕੀਤੀ ਹੈ ਕਿ ਸੰਖੇਪ 'ਚ ਮੈਂ ਜਾਵਾਂਗਾ, ਬਹੁਤਾ ਬਰੀਕੀ 'ਚ ਨਹੀਂ ਜਾਵਾਂਗਾ। ਗੁਰੂ ਤੇਗ ਬਹਾਦਰ ਜੀ ਦਿੱਲੀ ਨੂੰ ਰਵਾਨਾ ਹੋ ਗਏ। ਦਿੱਲੀ ਪਹੁੰਚਦਿਆਂ ਹੀ ਉੱਥੇ ਬੜੇ ਇਹਨਾਂ ਨੂੰ
ਤਸੀਹੇ ਵੀ ਦਿੱਤੇ ਗਏ, ਲਾਲਚ ਵੀ ਦਿੱਤੇ ਗਏ। ਇਹਨਾਂ ਦੇ ਨਾਲ ਜਿਹੜੇ ਸਿੰਘ ਗਏ ਸਨ ਉਹਨਾਂ ਦੀਆਂ ਵੀ ਸ਼ਹੀਦੀਆਂ ਹੋਈਆਂ। ਉਹ ਇਸੇ ਕਰਕੇ ਸ਼ਹੀਦੀਆਂ ਕੀਤੀਆਂ ਗਈਆਂ ਕਿ ਇਹਨਾਂ ਦੇ ਦਿਲ ਵਿੱਚ ਡਰ ਜਾਂ ਭੈ ਪੈ ਜਾਵੇ ਤੇ ਆਪਣੇ ਸਿੱਖਾਂ ਦੀਆਂ ਸ਼ਹੀਦੀਆਂ ਤੋਂ ਇਹ ਸਬਕ ਸਿੱਖ ਲੈਣ ਤੇ ਸਾਡੀ ਈਨ ਮੰਨ ਲੈਣ। ਔਰੰਗਜ਼ੇਬ ਨੇ ਇਹ ਗੱਲ ਕਹੀ ਕਿ ਤੁਸੀਂ ਮੁਸਲਮਾਨ ਬਣ ਜਾਓ, ਜੇ ਮੁਸਲਮਾਨ ਬਣ ਜਾਓਗੇ ਤੇ ਅਸੀਂ ਪੀਰ ਮੰਨ ਲਵਾਂਗੇ ਤੁਹਾਨੂੰ, ਤੇ ਸਾਰਾ ਸੰਸਾਰ ਇਹ ਸਾਡਾ ਮੁਸਲਮਾਨ ਦੇਸ਼ ਬਣ ਜਾਏਗਾ, ਮੁਸਲਮਾਨ ਮੁਲਕ ਬਣ ਜਾਏਗਾ। ਇਸ ਕਰਕੇ ਮੈਂ ਚਾਹੁੰਦਾ ਕਿ ਇੱਥੇ ਸਿਰਫ ਇੱਕੋ ਹੀ ਮਜ਼ਹਬ ਮੁਸਲਮਾਨ ਮਜ਼ਹਬ ਹੋਵੇ, ਹੋਰ ਕੋਈ ਮਜ਼ਹਬ ਨਾ ਹੋਵੇ। ਤਾਂ ਉਹ ਕਹਿਣ ਲੱਗੇ ਕਿ ਇਹ ਗੱਲ ਸਾਨੂੰ ਮਨਜ਼ੂਰ ਨਹੀਂ, ਇਹ ਤੇਰਾ ਜਿਹੜਾ ਹੁਕਮ ਹੈ ਇਹ ਸਾਨੂੰ ਨਹੀਂ ਮਨਜ਼ੂਰ, ਅਸੀਂ ਤੇਰਾ ਹੁਕਮ ਨਹੀਂ ਮੰਨਦੇ। ਖੈਰ ਸਾਹਿਬ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਂਕ ਵਿੱਚ ਲਿਜਾ ਕੇ ਸ਼ਹੀਦ ਕੀਤਾ ਗਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਜਦੋਂ ਸੀਸ ਧੜ ਨਾਲੋਂ ਅਲੱਗ ਹੋਇਆ ਤੇ ਇਤਿਹਾਸ ਦੱਸਦਾ ਹੈ ਕਿ ਉੱਥੇ ਇੰਨਾ ਝੱਖੜ, ਇੰਨਾ ਮੀਂਹ, ਇੰਨੀ ਹਨੇਰੀ ਝੱਲੀ ਕਿ ਇੱਕ ਦੂਜੇ ਨੂੰ ਮੂੰਹ ਨਹੀਂ ਸੀ ਦਿਸਦਾ ਤੇ ਜਿੰਨੇ ਵੀ ਫੌਜੀ ਸਨ ਉਹ ਸਭ ਭੱਜ ਗਏ। ਕਿਸੇ ਨੂੰ ਕੁਝ ਨਾ ਸੁੱਝੇ ਪਏ ਕੀ ਬਣ ਗਿਆ, ਕੀ ਹੋ ਗਿਆ। ਔਰ ਉਹਨੇ ਐਲਾਨ ਕੀਤਾ ਹੈ ਕਿ ਜਿਹੜਾ ਗੁਰੂ ਦਾ ਸਿੱਖ ਗੁਰੂ ਦੇ ਸੀਸ ਨੂੰ ਜਾਂ ਧੜ ਨੂੰ ਹੱਥ ਲਾਵੇਗਾ ਜਾਂ ਕੋਈ ਲੈ ਕੇ ਜਾਵੇਗਾ ਜਾਂ ਕੋਈ ਇੱਦਾਂ ਦੇ ਧੜ ਤੇ ਸੀਸ ਨਾਲ ਕਾਰਜ ਕੋਈ ਕਰੇਗਾ, ਸੰਸਕਾਰ, ਉਹਨੂੰ ਬਖਸ਼ਿਆ ਨਹੀਂ ਜਾਵੇਗਾ, ਉਹਨੂੰ ਖਤਮ ਕੀਤਾ ਜਾਵੇਗਾ, ਉਹਦੀਆਂ ਕੁਲਾਂ ਖਤਮ ਕੀਤੀਆਂ ਜਾਣਗੀਆਂ। ਉਸ ਮੌਕਾ ਤੇ ਭਾਈ ਜੀਵਨ ਸਿੰਘ ਜੀ ਉਹਨਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਅੱਗੇ ਅਰਦਾਸ ਕੀਤੀ ਤੇ ਆਪ ਜੀ ਨੂੰ ਪਤਾ ਹੋਵੇ ਕਿ ਅਰਦਾਸ ਕੀਤੀ ਜਿਹੜੀ ਆ ਗੁਰਸਿੱਖ ਦੀ ਉਹ ਕਦੇ ਬਿਰਥੀ ਨਹੀਂ ਜਾਂਦੀ, ਬਿਰਥੀ ਕਦੇ ਨਾ ਹੋਵੇ ਹੀ। ਜਨ ਕੀ ਅਰਦਾਸ, ਜਦੋਂ ਜਨ ਬਣ ਕੇ ਇਨਸਾਨ ਅਰਦਾਸ ਕਰਦਾ ਨਾ ਗੁਰੂ ਚਰਨਾਂ 'ਚ ਤੇ ਉਦੋਂ ਅਰਦਾਸ ਮਨਜ਼ੂਰ ਹੁੰਦੀ ਹੈ। ਭਾਈ ਜੀਵਨ ਸਿੰਘ ਜੀ ਨੇ, ਇਹਨਾਂ ਦਾ ਨਾਮ ਪਹਿਲਾਂ ਭਾਈ ਜੈਤਾ ਸੀ, ਮਜਬੀ ਸਿੰਘ ਹੋਏ ਨੇ ਤੇ ਜਦੋਂ ਅੰਮ੍ਰਿਤ ਪਾਨ ਕੀਤਾ ਤੇ ਫਿਰ ਇਹਨਾਂ ਦਾ ਨਾਮ ਭਾਈ ਜੀਵਨ ਸਿੰਘ ਰੱਖਿਆ ਗਿਆ। ਭਾਈ ਜੀਵਨ ਸਿੰਘ ਉਦੋਂ ਜੈਤਾ ਜੀ ਸਨ। ਭਾਈ ਜੈਤਾ ਜੀ ਨੇ ਸੀਸ ਗੁਰੂ ਚਰਨਾਂ 'ਚ ਅਰਦਾਸ ਕਰਕੇ ਗੋਦੀ 'ਚ ਲਿਆ, ਕੰਬਲ 'ਚ ਲਪੇਟਿਆ। ਜਿਉਂ ਦਿੱਲੀ ਤੋਂ ਰਵਾਨਾ ਹੋਇਆ ਕੀਰਤਪੁਰ ਸਾਹਿਬ ਪਹੁੰਚ ਗਏ, ਅਨੰਦਪੁਰ ਸਾਹਿਬ ਪਹੁੰਚ ਗਏ। ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਾ ਪਲੰਘ ਤੇ ਸਾਹਿਬ ਗੁਰੂ ਤੇਗ ਬਹਾਦਰ ਜੀ ਦਾ ਸੀਸ ਟਿਕਾ ਦਿੱਤਾ। ਇੱਧਰ ਧੜ ਪਿਆ ਸੀ ਮੱਖਣ ਸ਼ਾਹ ਲੁਬਾਣਾ, ਉਸ ਦਾ ਵਪਾਰ ਗੱਡਿਆਂ ਦਾ ਸੀ। ਉਹ ਆਪਣੇ ਗੱਡਿਆਂ ਦੇ ਰੂੰ, ਗੁੜ ਆਦਿਕ ਸਮਾਨ ਜਿਹੜਾ ਸੀ ਉਹ ਢੋਂਦਾ ਸੀ। ਰੂੰ ਦੇ ਵਿੱਚ ਸਾਹਿਬ ਗੁਰੂ ਤੇਗ ਬਹਾਦਰ ਜੀ ਦਾ ਧੜ ਲਪੇਟ ਕੇ ਆਪਣੇ ਘਰ ਵਿੱਚ ਲੈ ਆਂਦਾ। ਮਨ 'ਚ ਵਿਚਾਰ ਕੀਤਾ ਕਿ ਜੇ ਸਤਿਗੁਰੂ ਜੀ ਦਾ ਸੰਸਕਾਰ ਇੱਦਾਂ ਕੀਤਾ ਤੇ ਬੜਾ ਮੁਸ਼ਕਿਲ ਹੋ ਜਾਵੇਗਾ। ਉਹਨੇ ਘਰ ਦੇ ਵਿੱਚ ਇੱਕ ਪਲੰਘ ਡਾਇਆ, ਪਲੰਘ ਦੇ ਉੱਤੇ ਸੋਹਣਾ ਬਿਸਤਰਾ ਲਾ ਕੇ ਤੇ ਸਾਹਿਬ ਗੁਰੂ ਤੇਗ ਬਹਾਦਰ ਜੀ ਦਾ ਧੜ ਜਿਹੜਾ ਸੀ ਉਹ ਪਲੰਘ ਤੇ ਰੱਖ ਦਿੱਤਾ। ਪਲੰਘ ਤੇ ਟਿਕਾ ਕੇ ਤੇ ਆਪਣੇ ਘਰ ਨੂੰ ਅੱਗ ਲਾ ਦਿੱਤੀ। ਰੌਲਾ ਪਾਤਾ, ਅੱਗ ਲੱਗ ਗਈ ਘਰ ਨੂੰ। ਸਤਿਗੁਰ ਸੱਚੇ ਪਾਤਸ਼ਾਹ ਦਾ ਸੰਸਕਾਰ ਇਸ ਤਰੀਕੇ ਨਾਲ ਉਹ ਸਿੱਖ ਨੇ ਕੀਤਾ ਤੇ ਮੁਗਲਾਂ ਦੇ ਅੱਖੀ ਘੱਟਾ ਪਾਇਆ। ਇੱਧਰ ਜਿਹੜੇ ਸੀਸ ਭਾਈ ਜੈਤਾ ਜੀ ਨੇ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ ਸਾਹਮਣੇ ਪਲੰਘ ਤੇ ਆਣ ਕੇ ਟਿਕਾ ਦਿੱਤਾ ਤਾਂ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ, ਗੋਬਿੰਦ ਰਾਏ ਜੀ ਨੇ ਉਸ ਭਾਈ ਜੈਤਾ ਜੀ ਨੂੰ ਛਾਤੀ ਨਾਲ ਲਾਇਆ। ਛਾਤੀ ਨਾਲ ਲਾ ਕੇ ਤਾਂ ਇਹ ਗੱਲ ਕਹੀ, ਰੰਗਰੇਟੇ ਗੁਰੂ ਕੇ ਬੇਟੇ,
सतगुरु सच्चे पातशाह बहुत खुश होए कि भाई जैता जी तुसा ने सतगुरु जी का पिता जी का सीस लिया के बहुत बड़ा वधिया काम किया है। सतगुरु सच्चे पातशाह ने बड़ियां असीसां दित्तियां ने, बड़े रुतबे दिते। किसी नूं 9 लखिया कहा, किसी नूं 20 हज़ारिया कहा, किसी नूं 5 हज़ारिया कहा, इस तरह करके खिताब दिते। पर इको ही शहीद भाई जैता जी होए ने, भाई जीवन सिंह जी होए ने, जिन्हां